ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਸਲੇ ਚੈਨਲ ਤੇ ਖਾਸ ਪ੍ਰੋਗਰਾਮ ਕੌਮ ਦੇ ਹੀਰੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਤੁਹਾਡੇ ਆਪਣੇ ਮੰਕਨਦੀਪ ਸਿੰਘ ਬੰਮੀ ਵੱਲੋਂ ਨਿੱਘਾ ਜੀ ਆਇਆਂ ਨੂੰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਸਿੱਖ ਕੌਮ ਹੀਰਿਆਂ ਨਾਲ ਭਰੀ ਹੋਈ ਹੈ। ਸਿੱਖ ਪੰਥ ਦੇ ਵਿੱਚ ਐਸੀ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਬਹਾਦਰੀ ਤੇ ਇਨਸਾਨੀਅਤ ਦੀ ਐਸੀਆਂ ਮਿਸਾਲਾਂ ਕਾਇਮ ਕੀਤੀਆਂ ਹਨ ਜਿਹਦਾ ਕੋਈ ਮੁਕਾਬਲਾ ਧਰਤੀ ਤੇ ਕੋਈ ਨਹੀਂ ਕਰ ਸਕਦਾ। ਅਸੀਂ ਇਸ ਪ੍ਰੋਗਰਾਮ ਦੇ ਤਹਿਤ ਆਪ ਸਾਰੇ ਦਰਸ਼ਕਾਂ ਨੂੰ ਇਸ ਤਰ੍ਹਾਂ ਦੀ ਹੀ ਸਿੱਖ ਸ਼ਖਸੀਅਤਾਂ ਨਾਲ, ਆਪਣੇ ਸਿੱਖ ਕੌਮ ਦੇ ਹੀਰੇ ਨਾਲ ਵਾਕਿਫ ਕਰਵਾਉਣ ਜਾ ਰਹੇ ਹਾਂ। ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਕੌਮ ਦੇ ਹੀਰੇ ਵਿੱਚ ਸਿੱਖ ਕੌਮ ਦੇ ਹੀਰੇ ਤੇ ਬਹਾਦਰੀ ਅਤੇ ਇਨਸਾਨੀਅਤ ਵਾਸਤੇ ਜਾਣੇ ਜਾਣ ਵਾਲੇ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਖਸੀਅਤ ਨਾਲ ਆਪ ਸਾਰਿਆਂ ਨੂੰ ਵਾਕਿਫ ਕਰਵਾ ਰਹੇ ਹਾਂ। ਹਰੀ ਸਿੰਘ ਨਲਵਾ ਨੂੰ ਸਾਰੀ ਦੁਨੀਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿਪੇ ਸਾਲਾਰ ਦੇ ਤੌਰ ਤੇ, ਸੈਨਾਪਤੀ ਦੇ ਤੌਰ ਤੇ ਜਾਣਦੀ ਹੈ। ਅੱਜ ਅਸੀਂ ਉਹਨਾਂ ਦੇ ਜੀਵਨ ਕਾਲ ਬਾਰੇ, ਉਹਨਾਂ ਦੇ ਜੀਵਨ ਕਾਲ ਵਿੱਚ ਹੋਏ ਉਹਨਾਂ ਦੁਆਰਾ ਕੀਤੀ ਗਈ ਬਹਾਦਰੀ ਬਾਰੇ ਔਰ ਉਸ ਬਹਾਦਰੀ ਦੇ ਦੌਰਾਨ ਇਨਸਾਨੀਅਤ ਦੇ ਮਿਆਰ ਨੂੰ ਕਾਇਮ ਰੱਖਣ ਬਾਰੇ ਸਾਰਿਆਂ ਨੂੰ ਵਾਕਿਫ ਕਰਵਾ ਰਹੇ ਹਾਂ। ਸਰਦਾਰ ਹਰੀ ਸਿੰਘ ਨਲਵਾ ਜੀ ਦਾ ਜਨਮ ਸਨ 1791 ਦੇ ਵਿੱਚ ਉਸ ਟਾਈਮ ਦੇ ਪੰਜਾਬ ਦੇ ਇੱਕ ਸ਼ਹਿਰ ਗੁਜਰਾਂਵਾਲਾ ਵਿੱਚ ਹੋਇਆ, ਜੋ ਕਿ ਅੱਜ ਪਾਕਿਸਤਾਨ ਵਿੱਚ ਮੌਜੂਦ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਪਣੇ ਜਨਮ ਦੇ ਕੁਝ ਸਮੇਂ ਬਾਅਦ ਤੋਂ ਹੀ ਸਰਦਾਰ ਹਰੀ ਸਿੰਘ ਨਲਵਾ ਨੇ ਬਹਾਦਰੀ ਦੀ ਵਾਕਫੀਅਤ ਦੇਣੀ ਸ਼ੁਰੂ ਕਰਤੀ ਸੀ। ਸਰਦਾਰ ਹਰੀ ਸਿੰਘ ਨਲਵਾ ਜੀ ਦੇ ਪਿਤਾ ਜੀ ਦਾ ਨਾਮ ਗੁਰਦਿਆਲ ਸਿੰਘ ਜੀ ਸੀ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਧਰਮ ਕੌਰ ਜੀ ਸੀ। ਸਨ 1798 ਦੇ ਵਿੱਚ ਉਹਨਾਂ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਜੀ ਦਾ ਅਚਾਨਕ ਨਿਧਨ ਹੋ ਗਿਆ, ਅਕਾਲ ਚਲਾਣਾ ਕਰ ਗਏ, ਜਿਸ ਕਰਕੇ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਮੋਢਿਆਂ ਤੇ ਪਰਿਵਾਰ ਦੀ ਜ਼ਿੰਮੇਵਾਰੀ ਵੱਧ ਗਈ। ਲੇਕਿਨ ਫਿਰ ਵੀ ਸਰਦਾਰ ਨਲਵਾ ਜੀ ਦੀ ਮਾਤਾ ਜੀ ਮਾਤਾ ਧਰਮ ਕੌਰ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਘੁੜਸਵਾਰੀ ਦਾ, ਤਲਵਾਰਬਾਜ਼ੀ ਦਾ ਤੇ ਭਾਲਾ ਚਲਾਉਣ ਦਾ ਪੂਰਾ ਹੁਨਰ ਸਿਖਾਇਆ। ਜਿਸ ਤੋਂ ਬਾਅਦ ਸਨ 1803 ਦੇ ਵਿੱਚ ਇੱਕ ਮੇਲੇ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਇੱਕ ਤਲਵਾਰਬਾਜ਼ੀ ਦੇ ਕੰਪੀਟੀਸ਼ਨ ਵਿੱਚ ਹਿੱਸਾ ਲਿੱਤਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਆਪ ਆਏ ਹੋਏ ਸੀ, ਜਿੱਥੋਂ ਦੀ ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਜ਼ਰ ਵਿੱਚ ਆਏ। ਸਨ 1804 ਦੇ ਵਿੱਚ ਮਾਤਾ ਧਰਮ ਕੌਰ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਇੱਕ ਜਾਇਦਾਦ ਦਾ ਮਸਲਾ ਸੁਲਝਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਭੇਜਿਆ, ਜਿੱਥੇ ਆਪਣੀ ਸਮਝਦਾਰੀ ਦਾ ਨਮੂਨਾ ਪੇਸ਼ ਕਰਦੇ ਹੋਏ ਆਪਣੇ ਪਰਿਵਾਰ ਦੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਡੇ ਵਡੇਰਿਆਂ ਦੀ ਤੇ ਉਹਨਾਂ ਦੇ ਪਰਿਵਾਰ ਵਾਸਤੇ ਕੀਤੀ ਹੋਈ ਸੇਵਾਵਾਂ ਦਾ ਹਵਾਲਾ ਦਿੱਤਾ, ਜਿਸ ਤੋਂ ਖੁਸ਼ ਹੋ ਕੇ ਸਨ 1804 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਦਰਬਾਰੀ ਦੇ ਤੌਰ ਤੇ ਨਿਯੁਕਤ ਕਰ ਲਿਆ। ਲੇਕਿਨ ਇੱਥੇ ਹੀ ਗੱਲ ਨਹੀਂ ਮੁੱਕੀ। ਸਨ 1804 ਦੇ ਵਿੱਚ ਦਰਬਾਰੀ ਬਣ ਜਾਣ ਦੇ ਬਾਅਦ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲਵਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੈਨਿਕਾਂ ਤੋਂ ਕੁਝ ਦੂਰੀ ਤੇ ਪੈਦਲ ਗੱਲਾਂ ਕਰਦੇ ਜੰਗਲ ਦੇ ਵਿੱਚ ਜਾ ਰਹੇ ਸੀ, ਜਦੋਂ ਸਰਦਾਰ ਹਰੀ ਸਿੰਘ ਨਲਵਾ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਇੱਕ ਸ਼ੇਰ ਨੇ, ਬਾਘ ਜਿਹਨੂੰ ਅਸੀਂ ਕਹਿੰਦੇ ਆ, ਹਮਲਾ ਕਰ ਦਿੱਤਾ। ਬਿਨਾਂ ਕਿਸੇ ਹਥਿਆਰ ਦੇ ਸਰਦਾਰ ਹਰੀ ਸਿੰਘ ਨਲਵਾ ਨੇ ਉਸ ਸ਼ੇਰ ਦੇ ਹਮਲੇ ਨੂੰ ਰੋਕਦੇ ਹੋਏ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਤੋੜ ਕੇ ਉਸ ਸ਼ੇਰ ਨੂੰ ਮੌਕੇ ਤੇ ਹੀ ਮਾਰਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਚਾਇਆ। ਜਿਸ ਬਹਾਦਰੀ ਨੂੰ ਦੇਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਸਮੇਂ ਸਰਦਾਰ ਹਰੀ ਸਿੰਘ ਨਲਵਾ ਜੀ, ਜੋ ਕਿ ਜਨਮ ਤੋਂ ਹਰੀ ਸਿੰਘ ਉੱਪਲ ਸੀ, ਇੱਕ ਉੱਪਲ ਖੱਤਰੀ ਪਰਿਵਾਰ ਦੇ ਵਿੱਚ ਜਨਮੇ ਸੀ, ਸਰਦਾਰ ਹਰੀ ਸਿੰਘ ਨਲਵਾ ਨੂੰ ਵਾਹ ਉਹ ਮੇਰੇ ਰਾਜਾ ਨਲ ਵਾਹ ਕਹਿ ਕੇ ਨਲਵਾ ਦਾ ਨਾਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਦਿਨ ਤੋਂ ਬਾਅਦ ਉਹਨਾਂ ਨੂੰ ਆਪਣੀ ਇੱਕ ਮਿਸਲ, ਜੋ ਕਿ ਇੱਕ 800 ਪੈਦਲ ਤੇ ਘੁੜਸਵਾਰ ਸੈਨਿਕਾਂ ਦੀ ਮਿਸਲ ਸੀ, ਉਸ ਦਾ ਸਰਦਾਰ ਅਪਾਇੰਟ ਕਰਤਾ। ਸਰਦਾਰ ਹਰੀ ਸਿੰਘ ਨਲਵਾ ਜੀ ਉਸ ਦਿਨ ਤੋਂ ਬਾਅਦ ਬਾਘ ਮਾਰ ਯਾਨੀ ਟਾਈਗਰ ਕਿਲਰ ਦੇ ਨਾਮ ਤੋਂ ਵੀ ਜਾਣੇ ਜਾਣ ਲੱਗੇ। ਸਨ 1804 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਇੱਕ ਮਿਸਲ ਦਾ ਸਰਦਾਰ ਅਪਾਇੰਟ ਕਰਤਾ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਤੇ ਉਹਨਾਂ ਦੀ ਮਿਸਲ ਦੇ ਸਾਰੇ ਸੈਨਿਕਾਂ ਨੂੰ ਨਾਲ ਲੈ ਕੇ
ਕਸੂਰ ਦੇ ਉੱਤੇ ਹਮਲਾ ਕੀਤਾ। ਕਸੂਰ ਦੇ ਵਿੱਚ ਪਹਿਲੇ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ 3 ਹਮਲੇ ਕੀਤੇ ਜਾ ਚੁੱਕੇ ਸੀ, ਲੇਕਿਨ ਤਿੰਨਾਂ ਦੇ ਵਿੱਚ ਨਾਕਾਮਯਾਬੀ ਹਾਸਿਲ ਹੋਈ ਸੀ। ਇਸ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੀ ਯੁੱਧ ਦੀ ਰਣਨੀਤੀ ਬਣਾਉਣ ਦਾ ਜ਼ਿੰਮਾ ਸਰਦਾਰ ਨਲਵਾ ਨੂੰ ਦਿੱਤਾ। ਹਰੀ ਸਿੰਘ ਨਲਵਾ ਜੀ ਨੇ ਆਪਣੀ ਬਹਾਦਰੀ ਤੇ ਸਮਝਦਾਰੀ ਦਾ ਨਮੂਨਾ ਪੇਸ਼ ਕਰਦੇ ਹੋਏ ਉਸ ਯੁੱਧ ਨੂੰ ਜਿੱਤਿਆ ਹੀ ਨਹੀਂ, ਬਲਕਿ ਆਪਣੇ ਬਹੁਤ ਘੱਟ ਸੈਨਿਕਾਂ ਦੀ ਸ਼ਹੀਦੀ ਨਾਲ ਉਹ ਯੁੱਧ ਜਿੱਤ ਲਿਆ, ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ ਹਰੀ ਸਿੰਘ ਨਲਵਾ ਤੋਂ ਹੋਰ ਖੁਸ਼ ਹੋਏ ਔਰ ਉਹਨਾਂ ਨੂੰ ਇੱਕ ਇੰਡੀਪੈਂਡੈਂਟ ਚਾਰਜ ਸਿਆਲਕੋਟ ਤੇ ਹਮਲਾ ਕਰਨ ਦਾ ਦੇ ਦਿੱਤਾ, ਜੋ ਹਮਲਾ ਸਨ 1808 ਦੇ ਵਿੱਚ ਕੀਤਾ ਗਿਆ। ਸਿਆਲਕੋਟ ਦੇ ਵਿੱਚ ਉੱਥੇ ਦੇ ਰੂਲਰ ਸਰਦਾਰ ਜੀਵਨ ਸਿੰਘ, ਜਿਨ੍ਹਾਂ ਤੋਂ ਉੱਥੇ ਦੀ ਜਨਤਾ ਪ੍ਰਜਾ ਬਹੁਤ ਤੰਗ ਸੀਗੀ ਔਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਾਰ-ਬਾਰ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਲੈ ਕੇ ਪੇਸ਼ ਹੁੰਦੀ ਸੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਆਲਕੋਟ ਤੇ ਹਮਲਾ ਕਰਨ ਦਾ ਪੂਰਾ ਇੰਡੀਪੈਂਡੈਂਟ ਚਾਰਜ ਸਰਦਾਰ ਹਰੀ ਸਿੰਘ ਨਲਵਾ ਨੂੰ ਦਿੱਤਾ। ਸਰਦਾਰ ਹਰੀ ਸਿੰਘ ਨਲਵਾ ਨੇ ਫਿਰ ਤੋਂ ਇੱਕ ਸਮਝਦਾਰੀ ਦਾ ਔਰ ਇੱਕ ਸੂਝਵਾਨੀ ਦਾ ਨਮੂਨਾ ਪੇਸ਼ ਕੀਤਾ ਔਰ ਆਪਣੇ ਘੱਟ ਤੋਂ ਘੱਟ ਸੈਨਿਕਾਂ ਦੀ ਸ਼ਹਾਦਤ ਨਾਲ ਸਿਆਲਕੋਟ ਦਾ ਯੁੱਧ ਜਿੱਤ ਲਿਆ। ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਆਪਣੀ ਸੈਨਾ ਦੇ ਵਿੱਚ ਬਹੁਤ ਅੱਛੇ ਅਹੁਦੇ ਤੇ ਅਪਾਇੰਟ ਕਰ ਦਿੱਤਾ, ਜਿਸ ਦੇ ਨਾਲ 5 ਮਿਸਲਾਂ यानी 3000 ਦੇ ਕਰੀਬ ਸੈਨਿਕ ਉਹਨਾਂ ਦੇ ਨਿਰਦੇਸ਼ ਮੁਤਾਬਕ ਕੰਮ ਕਰਨ ਲੱਗੇ। ਸਿਆਲਕੋਟ ਦਾ ਯੁੱਧ ਜਿੱਤ ਲੈਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਦੁਬਾਰਾ ਜੰਮੂ ਦੇ ਯੁੱਧ ਵਾਸਤੇ ਇੰਡੀਪੈਂਡੈਂਟ ਚਾਰਜ ਦਿੱਤਾ। ਉਹ ਯੁੱਧ ਵੀ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਬੜੀ ਆਸਾਨੀ ਨਾਲ ਜਿੱਤ ਕੇ ਦਿਖਾ ਦਿੱਤਾ। ਉਸ ਤੋਂ ਬਾਅਦ ਸਨ 1813 ਦੇ ਵਿੱਚ ਇੱਕ ਅਟਕ ਦਾ ਯੁੱਧ ਹੋਇਆ, ਜੋ ਕਿ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਜੀਵਨ ਕਾਲ ਦਾ ਬਹੁਤ ਅਹਿਮ ਯੁੱਧ ਸੀ। ਜਿਸ ਯੁੱਧ ਨੂੰ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਪਣੇ ਯੁੱਧ ਟੈਕਟਿਕਸ ਨੂੰ ਦਿਖਾਉਂਦੇ ਹੋਏ ਬੜੇ ਆਰਾਮ ਨਾਲ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦਿਖਾਇਆ, ਜਿਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੁਸ਼ ਹੋ ਕੇ, ਉਹਨਾਂ ਦੀ ਸੇਵਾਵਾਂ ਤੋਂ ਖੁਸ਼ ਹੋ ਕੇ, ਉਹਨਾਂ ਦੀ ਸੂਝਵਾਨੀ ਤੋਂ ਖੁਸ਼ ਹੋ ਕੇ ਆਪਣੀ ਸੈਨਾ ਦਾ ਸੈਨਾਪਤੀ ਅਪਾਇੰਟ ਕਰਤਾ ਔਰ ਅਫਗਾਨਿਸਤਾਨ ਵਾਲੇ ਪਾਸੇ ਦਾ ਸਾਰਾ ਚਾਰਜ ਉਹਨਾਂ ਨੂੰ ਦੇ ਦਿੱਤਾ। ਸਰਦਾਰ ਹਰੀ ਸਿੰਘ ਨਲਵਾ ਜੀ ਉਸ ਤੋਂ ਬਾਅਦ ਵੀ ਆਪਣੇ ਜੀਵਨ ਕਾਲ ਵਿੱਚ ਸਾਰੀ ਜ਼ਿੰਮੇਵਾਰੀਆਂ ਬਖੂਬੀ ਨਿਭਾਉਂਦੇ ਰਹੇ। ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਪਣੇ ਜੀਵਨ ਵਿੱਚ ਲਗਭਗ ਛੋਟੇ ਵੱਡੇ ਮਿਲਾ ਕੇ 15 ਮੇਨ ਅਹਿਮ ਯੁੱਧ ਲੜੇ, ਜਿਸ ਦੇ ਵਿੱਚ ਕਸੂਰ ਦਾ ਯੁੱਧ, ਜੋ ਕਿ ਉਹਨਾਂ ਦੇ ਜੀਵਨ ਦਾ ਪਹਿਲਾ ਯੁੱਧ ਸੀ, ਬਟ ਕੁਝ ਲੋਕ ਇਹ ਕਹਿੰਦੇ ਹੈ ਕਿ ਉਹਨਾਂ ਦੇ ਜੀਵਨ ਦਾ ਪਹਿਲਾ ਯੁੱਧ ਬਾਲਾਕੋਟ ਸੀ। ਅਸੀਂ ਇਸ ਲਈ ਉਸ ਇਤਿਹਾਸ ਨੂੰ ਡਿਸਪਿਊਟ ਨਹੀਂ ਕਰਦੇ, ਪਰ ਸਾਡੇ ਮੁਤਾਬਕ, ਸਾਡੀ ਗਿਆਨ ਮੁਤਾਬਕ ਕਸੂਰ ਦਾ ਯੁੱਧ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਜੀਵਨ ਕਾਲ ਦਾ ਪਹਿਲਾ ਯੁੱਧ ਸੀ, ਜੋ ਕਿ ਉਹਨਾਂ ਦੇ ਜੀਵਨ ਕਾਲ ਵਿੱਚ ਬੜਾ ਅਹਿਮੀਅਤ ਰੱਖਦਾ ਸੀ। ਉਹਨਾਂ ਦੇ ਜੀਵਨ ਕਾਲ ਵਿੱਚ ਕੋਈ ਛੋਟੇ ਵੱਡੇ ਮਿਲਾ ਕੇ 15 ਅਹਿਮ ਯੁੱਧ ਹੋਏ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ, ਜਿਹਦੇ ਵਿੱਚ ਕਸੂਰ ਦਾ ਯੁੱਧ, ਜੰਮੂ ਦਾ ਯੁੱਧ, ਅਟਕ ਦਾ ਯੁੱਧ, ਸਿਆਲਕੋਟ ਦਾ ਯੁੱਧ, ਪੇਸ਼ਾਵਰ ਦਾ ਯੁੱਧ, ਜਮਰੂਦ ਦਾ ਯੁੱਧ ਅਹਿਮ ਰਹੇ, ਜਿਨ੍ਹਾਂ ਨੇ ਉਹਨਾਂ ਦੀ ਜੀਵਨ ਕਾਲ ਦੇ ਵਿੱਚ ਬਣੀ ਛਵੀ ਨੂੰ 4 ਚੰਨ ਲਗਾਏ। ਸਾਰੇ ਯੁੱਧ ਲੜਦੇ ਲੜਦੇ ਆਖਰੀ ਯੁੱਧ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਸਨ 1837 ਦੇ ਵਿੱਚ ਜਮਰੂਦ ਦਾ ਯੁੱਧ ਲੜਿਆ। ਜਮਰੂਦ ਦੇ ਯੁੱਧ ਤੋਂ ਪਹਿਲੇ ਅਸੀਂ ਤੁਹਾਨੂੰ ਦੱਸਦੇ ਹਾਂ ਅਟਕ ਦੇ ਯੁੱਧ ਬਾਰੇ। ਅਟਕ ਦਾ ਯੁੱਧ ਇਸ ਨਜ਼ਰੀਏ ਤੋਂ ਵੀ ਅਹਿਮ ਸੀਗਾ ਕਿ ਉਸ ਸਮੇਂ ਦੇ ਪੰਜਾਬ, ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਿਆਸਤ ਸੀ, ਉਸ ਇਲਾਕੇ ਦੇ ਉੱਤੇ ਅਫਗਾਨਿਸਤਾਨ ਦੇ ਜਿਹੜੇ ਇੰਟਰੂਡਰਸ ਸੀਗੇ, ਜਿਹੜੇ ਅਫਗਾਨ ਸੈਨਿਕ ਹਮਲਾ ਕਰਦੇ ਸੀ, ਉਹ ਸਿੰਧ ਨਦੀ ਵੱਲੋਂ ਪੰਜਾਬ ਦੀ ਪਾਵਨ ਧਰਤੀ ਤੇ ਹਮਲਾ ਕਰਨ ਆਉਂਦੇ ਸੀ। ਪਰ ਅਟਕ ਦਾ ਕਿਲਾ ਜਿੱਤਣ ਤੋਂ ਬਾਅਦ, ਅਟਕ ਦਾ ਯੁੱਧ ਜਿੱਤਣ ਤੋਂ ਬਾਅਦ ਹਰੀ ਸਿੰਘ ਨਲਵਾ ਨੇ ਅਟਕ ਦਾ ਕਿਲਾ ਰਿਪੇਅਰ ਕਰਵਾਇਆ ਔਰ ਉਸ ਨੂੰ ਇਸ ਤਰੀਕੇ ਨਾਲ ਤਿਆਰ ਕਰਵਾਇਆ। ਹਾਲਾਂਕਿ ਅਟਕ ਦਾ ਕਿਲਾ ਬਣਾਇਆ ਤੇ ਸਨ 1581 ਦੇ ਵਿੱਚ ਅਕਬਰ ਨੇ ਸੀ, ਲੇਕਿਨ ਸਨ 1813 ਦੇ ਬਾਅਦ ਹਰੀ ਸਿੰਘ ਨਲਵਾ ਜੀ ਨੇ ਉਸ ਕਿਲੇ ਨੂੰ ਇਸ ਤਰੀਕੇ ਨਾਲ ਤਿਆਰ ਕਰਵਾਇਆ ਕਿ ਉਸ ਕਿਲੇ ਤੋਂ ਸਿੱਧਾ ਸਿੰਧ ਨਦੀ ਤੇ ਨਜ਼ਰ ਰੱਖੀ ਜਾਣ ਲੱਗੀ ਕਿ ਕੋਈ ਵੀ ਹਮਲਾਵਰ ਅਗਰ ਉਸ ਨਦੀ ਦੇ ਜ਼ਰੀਏ ਪੰਜਾਬ ਦੀ ਪਾਵਨ ਧਰਤੀ ਤੇ ਹਮਲਾ ਕਰਨ ਆਉਂਦਾ ਹੈ
ਤੇ ਉਹ ਹਮਲਾ ਕਰਨ ਤੋਂ ਪਹਿਲੇ ਹੀ ਤਰਿਆ ਜਾ ਸਕੇ। ਉਸ ਤੋਂ ਬਾਅਦ ਜਮਰੂਦ ਦਾ ਯੁੱਧ ਆਖਰੀ ਯੁੱਧ ਸੀਗਾ। ਜਮਰੂਦ ਦਾ ਯੁੱਧ ਸਰਦਾਰ ਹਰੀ ਸਿੰਘ ਨਲਵਾ ਜੀ ਤੇ ਉਹਨਾਂ ਦੇ ਸੈਨਿਕਾਂ ਨੇ ਦੋਸਤ ਮੁਹੰਮਦ ਖਾਨ ਦੀ ਸੈਨਾ ਦੇ ਖਿਲਾਫ ਲੜਿਆ, ਜੋ ਕਿ ਬੜੇ ਆਰਾਮ ਨਾਲ ਜਿੱਤਿਆ ਵੀ। ਲੇਕਿਨ ਇਸ ਯੁੱਧ ਦੇ ਦੌਰਾਨ ਸਰਦਾਰ ਹਰੀ ਸਿੰਘ ਨਲਵਾ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ, ਜਿਸ ਕਰਕੇ ਸਨ 1837 ਦੇ ਵਿੱਚ ਜਮਰੂਦ ਦਾ ਯੁੱਧ ਜਿੱਤਦੇ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਅਕਾਲ ਚਲਾਣਾ ਹੋ ਗਿਆ। ਸਰਦਾਰ ਹਰੀ ਸਿੰਘ ਨਲਵਾ ਜੀ ਦਾ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਹਨਾਂ ਦਾ ਦਾਹ ਸੰਸਕਾਰ ਵੀ ਜਮਰੂਦ ਦੇ ਕਿਲੇ ਦੇ ਵਿੱਚ ਹੀ ਕੀਤਾ ਗਿਆ, ਜੋ ਕਿ ਖੈਬਰ ਦर्रे ਦੇ ਬਿਲਕੁਲ ਮੂੰਹ ਤੇ ਬਣਿਆ ਹੋਇਆ ਹੈ ਔਰ ਖੈਬਰ ਪਖਤੂਨਵਾ ਦੇ ਇਲਾਕੇ ਦੇ ਵਿੱਚ ਪੈਂਦਾ ਹੈ। ਸਰਦਾਰ ਹਰੀ ਸਿੰਘ ਨਲਵਾ ਦਾ ਦਾਹ ਸੰਸਕਾਰ ਕਰਨ ਤੋਂ ਬਾਅਦ ਪੇਸ਼ਾਵਰ ਦੇ ਇੱਕ ਹਿੰਦੂ ਸ਼ਖਸ ਜਿਨ੍ਹਾਂ ਦਾ ਨਾਮ ਸੀ ਬਾਬੂ ਗੱਜੂ ਮਲ ਕਪੂਰ, ਉਹਨਾਂ ਨੇ ਜਮਰੂਦ ਦੇ ਕਿਲੇ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਵਾਇਆ, ਜੋ ਕਿ ਅੱਜ ਵੀ ਜਮਰੂਦ ਦੇ ਇਲਾਕੇ ਦੇ ਵਿੱਚ ਮੌਜੂਦ ਹੈ, ਜਮਰੂਦ ਦੇ ਕਿਲੇ ਦੇ ਵਿੱਚ ਮੌਜੂਦ ਹੈ। ਅਸੀਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ, ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਦੇ ਇਕਲੌਤੇ ਐਸੇ ਯੋਧਾ ਹੋਏ ਹਨ ਜਿਨ੍ਹਾਂ ਨੇ ਖੈਬਰ ਦर्रे ਨੂੰ ਜਿੱਤਿਆ। ਖੈਬਰ ਦर्रा ਉਹ ਜਗ੍ਹਾ ਸੀ, ਉਹ ਰਸਤਾ ਸੀ ਜਿਸ ਰਸਤੇ ਦੇ ਜ਼ਰੀਏ ਅਫਗਾਨ ਹਮਲਾਵਰ ਹਿੰਦੁਸਤਾਨ ਦੀ ਤੇ ਪੰਜਾਬ ਦੀ ਪਾਵਨ ਧਰਤੀ ਤੇ ਹਮਲਾ ਕਰਦੇ ਸੀ ਔਰ ਉਸ ਇਕਲੌਤੇ ਰਸਤੇ ਤੋਂ ਹੀ ਹਮਲਾ ਕੀਤਾ ਜਾ ਸਕਦਾ ਸੀ। ਸਰਦਾਰ ਹਰੀ ਸਿੰਘ ਨਲਵਾ ਜੀ ਨੇ ਖੈਬਰ ਦर्रे ਦੀ ਅਹਿਮੀਅਤ ਨੂੰ ਸਮਝਦੇ ਹੋਏ ਸਭ ਤੋਂ ਪਹਿਲੇ ਖੈਬਰ ਦर्रे ਨੂੰ ਜਿੱਤਿਆ, ਤਾਂ ਕਿ ਹਿੰਦੁਸਤਾਨ ਦੀ ਪਾਵਨ ਧਰਤੀ ਤੇ ਪੰਜਾਬ ਦੀ ਪਾਵਨ ਧਰਤੀ ਤੇ ਹਮਲਾ ਕਰਨ ਵਾਲਿਆਂ ਨੂੰ ਪਾਵਨ ਧਰਤੀ ਤੇ ਅੰਦਰ ਵੜਨ ਤੋਂ ਪਹਿਲੇ ਹੀ ਰੋਕ ਦਿੱਤਾ ਜਾਏ। ਖੈਬਰ ਦर्रे ਦੀ ਜਿੱਤ ਨਾਲ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਇੱਕ ਹੋਰ ਵੀ ਬੜਾ ਅਹਿਮ ਕਿੱਸਾ ਜੁੜਿਆ ਹੋਇਆ ਹੈ। ਉਹ ਕਿੱਸਾ ਇਹ ਹੈ ਕਿ ਜਦੋਂ ਖੈਬਰ ਦर्रा 125 ਸਿੰਘਾਂ ਦੀ ਫੌਜ ਨਾਲ ਸਰਦਾਰ ਹਰੀ ਸਿੰਘ ਨਲਵਾ ਨੇ ਜਿੱਤ ਲਿਆ ਔਰ ਗੁਲ ਖਾਨ ਨੂੰ ਉਸ ਖੈਬਰ ਦर्रे ਦੇ ਯੁੱਧ ਵਿੱਚ ਹਰਾ ਦਿੱਤਾ, ਤੇ ਖੈਬਰ ਦर्रे ਦੇ ਦੂਸਰੇ ਪਾਸੇ ਗੁਲ ਖਾਨ ਤੇ ਉਹਨਾਂ ਦੀ ਭੈਣ ਬੀਬੀ ਬਾਨੋ ਵੀ ਬੈਠੇ ਸੀ। ਬੀਬੀ ਬਾਨੋ ਨੇ ਗੁਲ ਖਾਨ ਨੂੰ ਕਿਹਾ ਕਿ ਮੈਂ ਐਸੇ ਬਹਾਦਰ ਸਿੰਘ ਸਰਦਾਰ ਹਰੀ ਸਿੰਘ ਨਲਵਾ ਨੂੰ ਮਿਲਣਾ ਚਾਹੁੰਦੀ ਹਾਂ। ਜਦੋਂ ਬੀਬੀ ਬਾਨੋ ਨੇ ਸਰਦਾਰ ਹਰੀ ਸਿੰਘ ਨਲਵਾ ਨੂੰ ਮਿਲਣ ਦੀ ਜਿੱਦ ਕੀਤੀ ਤਾਂ ਉਹਨਾਂ ਦੇ ਭਰਾ ਗੁਲ ਖਾਨ ਨੇ ਰੋਕ ਦਿੱਤਾ ਕਿ ਉਹ ਦੂਸਰੇ ਕੌਮ ਦੇ ਲੋਕ ਹੈ, ਉਹ ਸਾਡੇ ਕੌਮ ਦੀ ਲੜਕੀਆਂ ਦੀ ਇੱਜ਼ਤ ਨਹੀਂ ਕਰਦੇ, ਇਸ ਲਈ ਤੂੰ ਉਧਰ ਨਹੀਂ ਜਾਣਾ। ਬੀਬੀ ਬਾਨੋ ਜ਼ਿੱਦ ਕਰਕੇ ਗੁਲ ਖਾਨ ਨੂੰ ਧੱਕਾ ਦੇ ਕੇ ਦੌੜ ਕੇ ਗਈ। ਉਹਨੇ ਖੈਬਰ ਦर्रा ਪਾਰ ਕੀਤਾ, ਜਾ ਕੇ ਜਿਹੜੇ ਟੈਂਟ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਪਾਠ ਕਰ ਰਹੇ ਸੀ ਖੈਬਰ ਦर्रा ਜਿੱਤਣ ਤੋਂ ਬਾਅਦ, ਉਸ ਟੈਂਟ ਦੇ ਵਿੱਚ ਬੀਬੀ ਬਾਨੋ ਨੇ ਜਾ ਕੇ ਸਿੱਧਾ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਇੱਕ ਸਵਾਲ ਪੁੱਛਿਆ ਕਿ ਤੁਸੀਂ ਗਿਣਤੀ ਦੇ ਵਿੱਚ ਇੰਨੇ ਘੱਟ ਫੌਜੀ ਹੋ, ਫਿਰ ਵੀ ਮੇਰੇ ਭਰਾ ਗੁਲ ਖਾਨ ਦੀ ਏਡੀ ਵੱਡੀ ਫੌਜ ਨੂੰ ਕਿਵੇਂ ਹਰਾ ਦਿੱਤਾ। ਉਸ ਦਾ ਜਵਾਬ ਬਹੁਤ ਹੀ ਪਿਆਰਾ ਦਿੱਤਾ ਸਰਦਾਰ ਹਰੀ ਸਿੰਘ ਨਲਵਾ ਨੇ। ਸਰਦਾਰ ਹਰੀ ਸਿੰਘ ਨਲਵਾ ਨੇ ਕਿਹਾ ਕਿ ਅਸੀਂ ਯੁੱਧ ਜ਼ਰੂਰ ਲੜਦੇ ਹਾਂ, ਪਰ ਅਸੀਂ ਆਪਣੀ ਇਨਸਾਨੀਅਤ ਦੇ ਮਿਆਰ ਤੋਂ ਗਿਰਦੇ ਨਹੀਂ ਹਾਂ। ਕਦੀ ਵੀ ਯੁੱਧ ਜਿੱਤਣ ਤੋਂ ਬਾਅਦ ਅਸੀਂ ਜਿੱਤੇ ਹੋਏ ਇਲਾਕੇ ਦੇ ਰਹਿਣ ਵਾਲਿਆਂ ਨੂੰ ਸਤਾਉਂਦੇ ਨਹੀਂ ਹਾਂ। ਅਸੀਂ ਉਹਨਾਂ ਨੂੰ ਆਪਣੀ ਪ੍ਰਜਾ ਦੀ ਤਰ੍ਹਾਂ ਆਪਣੀ ਪ੍ਰਜਾ ਦੇ ਨਾਲ ਰਹਿਣ ਦੀ, ਜੀਣ ਦੀ, ਆਜ਼ਾਦੀ ਨਾਲ ਜੀਣ ਦੀ ਪੂਰੀ ਇਜਾਜ਼ਤ ਦਿੰਦੇ ਹਾਂ, ਕਿਉਂਕਿ ਅਸੀਂ ਇਨਸਾਨੀਅਤ ਦੇ ਮਿਆਰ ਨੂੰ ਕਾਇਮ ਰੱਖਦੇ ਹੋਏ ਹਮੇਸ਼ਾ ਯੁੱਧ ਲੜਦੇ ਹਾਂ। ਇਸ ਲਈ ਪਰਮਪਿਤਾ ਪਰਮੇਸ਼ਵਰ ਵੀ ਹਮੇਸ਼ਾ ਸਿੰਘ ਫੌਜੀਆਂ ਦਾ ਸਾਥ ਦਿੰਦਾ ਹੈ। ਤੇ ਦੋਸਤੋ, ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਦੇ ਵਿੱਚ ਐਸੇ ਹੀਰੇ ਬਹੁਤ ਸਾਰੇ ਹਨ ਜਿਨ੍ਹਾਂ ਨੇ ਇਨਸਾਨੀਅਤ ਦੇ ਮਿਆਰ ਨੂੰ ਕਾਇਮ ਰੱਖਦੇ ਹੋਏ ਆਪਣੀ ਬਹਾਦਰੀ ਦੇ ਕਈ ਨਮੂਨੇ ਪੇਸ਼ ਕੀਤੇ, ਜਿਨ੍ਹਾਂ ਦਾ ਅੱਜ ਤੱਕ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਅਗਲੀ ਵਾਰ ਫਿਰ ਅਸੀਂ ਆਪਣੇ ਇਸ ਖਾਸ ਪ੍ਰੋਗਰਾਮ ਕੌਮ ਦੇ ਹੀਰੇ ਦੇ ਵਿੱਚ ਇੱਕ ਹੋਰ ਸਿੱਖ ਸ਼ਖਸੀਅਤ, ਇੱਕ ਹੋਰ ਸਿੱਖ ਕੌਮ ਦੇ ਹੀਰੇ ਦੇ ਬਾਰੇ, ਜੀਵਨ ਕਾਲ, ਉਹਨਾਂ ਦੀ ਬਹਾਦਰੀ, ਉਹਨਾਂ ਦੇ ਇਨਸਾਨੀਅਤ ਵਾਸਤੇ ਕੀਤੇ ਗਏ ਕੰਮਾਂ ਦੇ ਬਾਰੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉੱਥੋਂ ਤੱਕ ਵਾਸਤੇ ਮੇਰੇ ਪਿਆਰੇ ਦਰਸ਼ਕੋ, ਮੈਂ ਚਾਹੁੰਦਾ ਹਾਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।